बिस्मिल्लाहिर्रहमानिर्रहीम अस्सलाम वालेकुम व्यूअर्स, आप देख रहे हैं बिजनेस इन्फो ऑफिशियल यूट्यूब चैनल। मैं हूं बिलाल नज़ीर। नाज़रीन, आज की वीडियो में सबसे अहम पॉइंट जो हम डिस्कस करेंगे वो ये है कि वो कौन कौन सी कॉमन मिस्टेक्स हैं, वो कौन कौन सी गलतियां हैं जिनकी वजह से फार्मर्स नुकसानात उठाते हैं। तो इस वीडियो में हम ये भी पूछेंगे कि क्या दूध गवाले को देना या फिर हलवाई को देना या खुद बेचना क्या बेहतर है, और ये फार्मर क्या दूध खुद बेचते हैं उसमें क्या बचत मिलती है, और अगर गवाला आकर इनके फार्म से दूध लेके जाए तो उसमें इनको क्या बचत हो सकती है, कितने जानवरों से कितना दूध इनको मिल जाता है और क्या बचत हो जाती है। इसके अलावा हम इनसे ये भी पूछेंगे कि इनके तजर्बे में कौन सी ऐसी बीमारी ज़्यादा आई जो इनके जानवरों को लगी और उसका ये कौन सा इलाज करवाते हैं। इसी तरह हम छोटी छोटी जो अहम मिस्टेक्स हैं जिनको लोग गलतियां नहीं समझते और उनसे बड़े नुकसानात होते हैं वो भी आज की वीडियो में डिस्कस करेंगे। तो वीडियो बहुत अहम है, आप सबसे गुजारिश है कि वीडियो को आखिर तक देखिएगा और चैनल को करिएगा सब्सक्राइब, ताकि तमाम आने वाले वीडियोस आपको बर वक्त मिलती जाएं। तो चलिए बिला तमहीद वीडियो शुरू करते हैं। चाचू गुलाम हुसैन साहब ये दस्यो जी कि ਤੁਹਾਡੇ ਕੋਲ ਮਾਸ਼ਾਅੱਲਾ ਕਿੰਨੇ ਡੰਗਰ ਨੇ, ਛੋਟੇ ਵੱਡੇ ਸਾਰੇ ਜਾਪ ਆ ਗਏ ਇਸ ਟਾਈਮ? ਸਾਡੇ ਕੋਲ ਹੋਣੇ ਨੇ ਮੇਰਾ ਲਸਲੇ ਕੋ 25 ਕਿ ਡੰਗਰ ਨੇ। 25 ਡੰਗਰ। ਹਾਂਜੀ, ਮੱਝਾਂ ਜਿਹੜੀਆਂ ਨੇ ਤੁਹਾਡੇ ਕੋਲ ਲਹਿਰੀਆਂ ਉਹ ਕਿੰਨੀਆਂ ਨੇ? ਲੈ ਰਹੀਆਂ ਅਸਲੇ ਜਿਹੜੀਆਂ ਮੱਝਾਂ ਨੇ ਸਾਡੇ ਕੋਲ ਤਕਰੀਬਨ ਕੋਈ 8 ਕੈ 8 ਮੱਝਾਂ ਨੇ। ਜੀ ਹਾਂ। ਤੇ ਤੁਹਾਡਾ ਮਾਸ਼ਾਅੱਲਾ ਡੇਲੀ ਦਾ ਕਿੰਨਾ ਦੁੱਧ ਹੋ ਰਿਹਾ ਅੱਜ ਕੱਲ, ਖਾਂਗੜੀਆਂ ਲਹਿਰੀਆਂ ਸਾਰੀਆਂ ਪਾ ਕੇ? ਅੱਜ ਕੱਲ ਤੇ ਸਾਡੇ ਕੋਲ ਮਾਸ਼ਾਅੱਲਾ ਦੁੱਧ ਕੋਈ 2.5 ਮਣ ਹੈ। 2.5 ਮਣ ਦੁੱਧ ਹੈ। ਹਾਂਜੀ, ਤੇ 2.5 ਮਣ ਦੁੱਧ ਜਿਹੜਾ ਵੇ ਕਿੱਥੇ ਵੇਚਣ ਦੇ ਹੋ ਤੁਸੀਂ, ਪਿੰਡਾਂ 'ਚ ਹੀ ਜਾਂ ਫਿਰ ਦੁੱਧ ਹੀ ਲਾਈ ਜਾਂਦਾ? ਨਹੀਂ ਅਸੀਂ ਸਿਆਲਕੋਟ ਹੀ ਖੜਨੇ। ਸਿਆਲਕੋਟ ਖੜਦੇ ਹੋ, ਆਪ ਹੀ ਖੜਦੇ ਹੋ? ਹਾਂਜੀ, ਸਹੀ ਹੋ ਗਿਆ। ਸਿਆਲਕੋਟ ਤੁਹਾਨੂੰ ਕੀ ਰੇਟ ਮਿਲਦਾ ਪਿਆ ਦੁੱਧ ਦਾ? 95 ਰੁਪਏ 90 ਰੁਪਏ ਖਾਲਸ ਦੁੱਧ। ਜਿਹੜਾ ਬੰਦਾ ਇਸ ਕਾਰੋਬਾਰ 'ਚ ਆਉਂਦਾ ਹੈ ਜੀ, ਉਹਨੂੰ ਇਹ ਟੈਨਸ਼ਨ ਤਾਂ ਨਹੀਂ ਕਿ ਉਹਦਾ ਦੁੱਧ ਨਹੀਂ ਵਿਕੇਗਾ? ਨਹੀਂ ਕੋਈ ਟੈਨਸ਼ਨ ਨਹੀਂ। ਵਿਕ ਜਾਂਦਾ ਦੁੱਧ? ਦੁੱਧ ਵਿਕ ਜਾਂਦਾ, ਖਾਲਸ ਹੋਏ ਖਾਲਸ ਹੋਏ ਦੁੱਧ ਜਿੱਥੇ ਤੇ ਦੁੱਧ ਜਿੱਥੇ ਮਰਜ਼ੀ ਬੈਗ ਵੇਚ। ਜਿੱਥੇ ਮਰਜ਼ੀ ਬੈਗ ਵਿੱਚ ਕੋਈ ਡਰ ਨਹੀਂ, ਕੋਈ ਤਰੋ ਨਹੀਂ। ਯਾਨੀ ਕਿ ਅੱਜ ਮੱਝਾਂ ਲਿਆਈਏ ਤੇ ਕੱਲ ਹੀ, ਅੱਜ ਹੀ ਸਮਝ ਲਓ ਕਾਰੋਬਾਰ ਸਾਡਾ ਸਟਾਰਟ ਹੈ। ਹਾਂਜੀ ਬਿਲਕੁਲ ਠੀਕ। ਤੇ ਕੀ ਰੇਟ ਤੁਸੀਂ ਸਿਆਲਕੋਟ ਕੀ ਰੇਟ ਲੈ ਰਹੇ ਹੋ? 95 90 ਰੁਪਏ ਚੱਲਣ ਡਿਆ। ਜਿਹੜਾ ਮਾਰਕੀਟ ਦਾ ਰੇਟ ਹੈ ਉਹ ਤੇ ਦੂਜਾ 70 75 ਰੁਪਏ। ਤੇ ਉੱਥੇ ਦੇ ਸ਼ਹਿਰ ਸੁਣਿਆ ਘਰਾਂ 'ਚ ਵੀ 110 20 ਤੱਕ ਵੀ ਖਾਲਸ ਦੁੱਧ ਜਿਹੜਾ ਬਿਲਕੁਲ। ਅਸੀਂ ਹੁਣ ਲੁਹਾਈ ਨੇ ਸਾਡੇ ਕੋਲ 90 95 ਰੁਪਏ ਲੈਣਾ, ਉਹਨੇ ਕੋਈ ਘਰਾਂ 'ਚ ਦੇਣਾ ਰੇਟ ਤੇ ਜਿਹੜਾ ਤੁਸੀਂ ਕਹਿ ਰਹੇ। ਠੀਕ ਹੋ ਗਿਆ। ਤੇ ਅਗਰ ਤੁਸੀਂ ਇੱਥੇ ਆਪਣੇ ਡੇਰੇ ਦੇ ਵੇਚੋ ਤਾਂ ਫਿਰ 80 85? ਡੇਰੇ ਦੇ ਵਿੱਚ ਤੇ ਦੁੱਧ ਦੀ 80 85 ਚੁਆਈ ਕਰਾ ਰਹੇ ਜਿਹੜੇ ਸ਼ਹਿਰ ਖੜਦੇ। ਠੀਕ ਹੋ ਗਿਆ। 2.5 ਮਣ ਅਗਰ ਦੁੱਧ ਹੋਏ ਜੀ। ਔਰ ਉਹਦਾ ਰੇਟ 90 95 ਰੁਪਏ ਹੋਏ ਹਾਂਜੀ, ਤੇ ਮਾਸ਼ਾਅੱਲਾ ਕਿੰਨੇ ਡੇਲੀ ਦੀ ਇਨਕਮ ਹੋ ਗਈ? ਦਿੱਲੀ ਦੀ ਹਿਸਾਬ ਕਰ ਲੋਗ 3200 ਤੋਂ ਮੇਰਾ 3300 ਤੋਂ ਮਣ ਬਣਦਾ ਉਹ। ਅੱਛਾ, ਤੇ 32 3300 ਯਾਨੀ ਕਿ 10000 ਰੁਪਏ ਦਾ ਹੋ ਗਿਆ। ਹਾਂਜੀ, 10000 ਵਿੱਚ ਮੱਝਾਂ ਕੀ ਖਾ ਛੱਡਦੀਆਂ ਨੇ? ਅੱਧੇ ਤੇ ਖਾ ਛੱਡਦੀਆਂ ਮੱਝਾਂ ਨੂੰ, ਅੱਧੇ ਬਚਾ ਲੈਂਦੀਆਂ ਨੇ। ਅੱਧੇ ਬਚਦੇ। ਯਾਨੀ ਅਸੀਂ ਇਹ ਕਹਿ ਸਕਦੇ ਹਾਂ ਕਿ ਮੱਝਾਂ ਦਾ ਕਾਰੋਬਾਰ ਅਗਰ ਸਹੀ ਤਰੀਕੇ ਨਾਲ ਕੀਤਾ ਜਾਏ। ਨਹੀਂ ਉਹ 25 ਮੱਝਾਂ ਨੇ, ਮਈਆਂ 8 ਦਸੀਆਂ ਨਾ ਸੂਈਆਂ ਨੇ। ਹਾਂਜੀ, ਹਾਂਜੀ, ਯਾਨੀ ਕਿ ਅਗਰ ਕੋਈ ਬੰਦਾ ਵੀ ਇਹ ਕਾਰੋਬਾਰ ਕਰੇ ਜੀ ਜੀ। ਤੇ ਉਹਨੂੰ ਐਸੀ ਦਾ ਡਰ ਨਹੀਂ ਹੋਣਾ ਚਾਹੀਦਾ ਕਿ ਅੱਧੇ ਆ ਬਚਾਣਗੀਆਂ, ਹਾਂਜੀ, ਨਹੀਂ ਅਗਰ ਉਹ ਕੋਈ ਮਿਹਨਤ ਗੱਲ- ਕਰੇ ਤੇ। ਹਾਂ ਮਿਹਨਤ ਕਰੇ ਤੇ, ਜੇ ਨਾ ਮਿਹਨਤ ਕਰੇ ਤੇ ਭਾਵੇਂ ਸਾਰੇ ਘਰੋਂ ਵੀ ਪਾ ਕੇ ਦੇ ਲੈ ਜਿਹੜੇ ਪੈਸੇ ਆਪਣੇ ਕੋਲ। ਜ਼ਾਹਰ ਹੈ ਬਿਲਕੁਲ। ਤੇ ਜਿਹਨਾਂ ਲੋਕਾਂ ਦਾ ਨੁਕਸਾਨ ਹੋ ਜਾਂਦਾ ਉਹ ਕੀ ਗਲਤੀਆਂ ਕਰਦੇ ਨੇ? ਉਹ ਗਲਤੀਆਂ ਇਹ ਦੱਸੋ। ਗਲਤੀਆਂ ਕਰਦੇ ਨੇ ਕਿ ਨੌਕਰ ਰੱਖੇ ਹੁੰਦੇ ਨੇ, ਪੱਠੇ ਨਹੀਂ ਪਾਣੇ ਟਾਈਮ ਨਾਲ, ਉਹਨਾਂ ਨੂੰ ਪਾਣੀ ਨਹੀਂ ਡਾਣਾ ਟਾਈਮ ਨਾਲ, ਆਪੀ ਲਾਪਰਵਾਹੀ ਕੀਤੀ, ਅਸੀਂ ਬੰਦੇ ਰੱਖੇ ਨੇ। ਹਾਂ, ਆਪੀ ਚੌਧਰੀ ਬਣ ਗਏ। ਚੋਰੀ ਬਣ ਕੇ ਬਹਿ ਰਹੇ ਨੇ, ਜੇ ਫੇਰੇ ਤੁਰ ਗਏ ਨੇ ਤੇ ਫਿਰ ਉਹ ਮਾਲ ਵਾਲ ਨਹੀਂ ਵੇਖਣਾ ਤੇ ਫਿਰ ਨੌਕਰਾਂ ਉਹੋ ਜਿਹਾ ਹੀ ਕੰਮ ਕਰਨਾ। ਤੇ ਜਿਹੜੇ ਲੋਕੀ ਨੌਕਰਾਂ ਤੋਂ ਕੋਲੋਂ ਕੰਮ ਲੈਂਦੇ ਨੇ, ਜਦ ਮਾਲ ਨੂੰ ਆਪਣੇ ਨਾਲੋਂ ਬਹੁਤਾ ਅੱਛਾ ਸਮਝਦੇ, ਕਾਫੀ ਫਾਕਾ ਹੈ, ਮੈਂ ਇਹਨੂੰ ਫਾਕਾ ਨਹੀਂ ਆਉਣ ਦੇਣਾ ਚਾਹੀਦਾ। ਤੂੰ ਉਹਨਾਂ ਨੂੰ ਰੱਜ ਕੇ ਰੋਟੀ ਲੱਭਦੀ ਇਹ ਡੰਗਰਾਂ ਦੇ ਉੱਤੇ ਰਹਿਣਾ ਪੈਣਾ। ਹਾਂਜੀ, ਸਹੀ ਹੋ ਗਿਆ। ਤੇ ਇਸ ਤੋਂ ਇਲਾਵਾ ਕਿਹੜੀਆਂ ਗਲਤੀਆਂ ਜਿਹੜੀਆਂ ਨੁਕਸਾਨ ਕਰਾਉਂਦੀਆਂ ਨੇ ਇਸ ਕੰਮ 'ਚ? ਇੱਕ ਤੇ ਹੋ ਗਿਆ ਨਾ ਕਿ ਆਪੀ ਸਿਰ ਤੇ ਨਾ ਰਹੇ। ਹਾਂਜੀ, ਹੋਰ ਕੀ? ਨੁਕਸਾਨ ਇਹ ਕਿ ਜਿਹੜਾ ਪਾਣੀ ਦਾ ਪਰਹੇਜ਼ ਨਹੀਂ ਕਰਨਾ, ਬੇਟਾਈਮਾ ਡਾਣਾ ਹੈ, ਬੇਟਾਈਮੇ ਪੱਠੇ ਪਾਣੇ ਨੇ, ਉਹਦੇ 'ਚ ਮਹੀਨਾ ਰੱਜ ਲਾ ਲੈਣਾ, ਫਿਰ ਉਹ ਨੁਕਸਾਨ ਹੋ ਜਾਣਾ, ਬੰਦ ਹੋ ਜਾਂਦੀ ਹੈ। ਕਈ ਜਿਹੜੀਆਂ ਨਾ ਬੁਖਾਰ ਹੋ ਗਿਆ, ਕਿਸੇ ਨੂੰ ਪਾਣੀ ਬੇਟਾਈਮਾ ਡਾਇਆ, ਤਾਂ ਲੱਗ ਗਿਆ, ਮੈਨੂੰ ਧੁੱਪ ਰਹੀ ਹੈ, ਮੈਂ ਵੱਜੀ, ਨੌਕਰ ਹੈ ਨਹੀਂ ਵੇਖਣ ਡਿਆ ਜਾਂ ਮਾਲਕ ਨਹੀਂ, ਤੂੰ ਧੁੱਪੇ ਰਹੀ ਹੈ ਬੈਠੀ। ਸਹੀ ਔਰ ਹੈ। ਬਾਅਦ 'ਚ ਛਾਵੇਂ ਕੀਤਾ ਜਾਂ ਪਾਣੀ ਸੁੱਟਿਆ, ਉਹਨੂੰ ਤਾਂ ਲੱਗ ਗਿਆ, ਮੈਂ ਬਿਮਾਰ ਹੋ ਗਈ। ਇਹ ਹੀ ਗਲਤੀਆਂ ਨੇ, ਇਹ ਤੋਂ ਫਿਰ ਬੰਦਾ ਨੁਕਸਾਨ ਠਾ ਜਾਂਦਾ। ਪਹਿਲੇ ਦੌਰ 'ਚ ਤੇ ਮੱਝਾਂ ਛਪੜੀ ਦੀਆਂ ਪਾਣੀ ਵੀ ਪਈਆਂ ਪੀਂਦੀਆਂ ਹਨ, ਅੱਜ ਵੀ ਕੁਝ ਪੀਂਦੀਆਂ, ਲੇਕਿਨ ਹੁਣ ਡਾਕਟਰ ਵੀ ਕਹਿੰਦੇ ਨੇ, ਟਾਈਮ ਤੇ ਹੋਣਾ ਚਾਹੀਦਾ ਨਾ। ਡਾਕਟਰ ਵੀ ਕਹਿੰਦੇ ਨੇ ਤੇ ਫਾਰਮਰ ਵੀ ਕਹਿੰਦੇ ਨੇ ਕਿ ਸਾਫ਼ ਪਾਣੀ ਮੋਟਰ ਦਾ ਦੇਵੋ ਇਹਨਾਂ ਨੂੰ। ਹਾਂਜੀ, ਤੇ ਤੁਹਾਡਾ ਕੀ ਖਿਆਲ ਹੈ? ਦੇਣਾ ਤੇ ਸਾਫ਼ ਹੀ ਚਾਹੀਦਾ, ਕਿ ਲੋਕਾਂ ਦੀਆਂ ਮਜਬੂਰੀਆਂ ਨੇ, ਜਿੱਥੇ ਹੁਣ ਨਹੀਂ ਸਾਫ਼ ਤੋਂ ਕੀ ਕਰਨ। ਹੁਣ ਇਹ ਬਾਹਰ
ਬਾਅਦ ਖਾਈਆਂ 'ਚ ਜਾਂਦੀਆਂ ਨੇ ਤੇ ਲੇਟਦੀਆਂ ਨੇ, ਉੱਥੋਂ ਪਾਣੀ ਵੀ ਪੀ ਲੈਂਦੀਆਂ, ਫਿਰ ਪੀਣਾ ਉਹਨਾਂ ਨੇ। ਇਹ ਮਜਬੂਰੀ ਹੁੰਦੀ ਹੈ, ਸਾਰੇ ਲੋਕਾਂ ਕੋਲ ਸਾਫ਼ ਹੀ ਨਹੀਂ ਹੁੰਦਾ। ਹੁਣ ਜੇ ਸਾਫ਼ ਪਾਣੀ ਹੋਏ, ਤਲਾਅ ਲੋਕਾਂ ਨੇ ਬਣਾਏ ਨੇ, ਜਿਹਨਾਂ ਡੇਅਰੀ ਫਾਰਮ ਬਣਾਏ ਨੇ, ਤਲਾਅ ਬਣਾਏ ਨੇ, ਸਾਫ਼ ਪਾਣੀ ਦੇ ਮੋਟਰ ਚਲਾਉਣੀ, ਮਈਆਂ ਵਿੱਚ ਛੱਡਣੀਆਂ। ਤੇ ਸਫਾਈ ਦਾ ਕਿੰਨਾ ਕੁ ਕਿਰਦਾਰ ਹੈ ਅੱਛੀ ਡੇਅਰੀ ਫਾਰਮਿੰਗ ਦੇ ਵਿੱਚ? ਅੱਛੀ ਡੇਅਰੀ ਫਾਰਮ ਉਹਦਾ ਬਹੁਤ ਵੱਡਾ ਕਿਰਦਾਰ। ਅੱਛਾ, ਹਾਂਜੀ, ਯਾਨੀ ਸਾਫ਼ ਫਾਰਮ ਹੋਏ ਬਿਲਕੁਲ, ਤੇ ਦੁੱਧ ਦੀ ਰੇਸ਼ੋ ਵੀ ਵੱਧ ਜਾਏਗੀ, ਹਰ ਚੀਜ਼ ਡੰਗਰ ਵੀ ਵਧੇਗੀ। ਸਿਹਤਮੰਦ ਹੋਏਗਾ। ਹਾਂਜੀ, ਠੀਕ ਹੋ ਗਿਆ। ਅੱਛਾ, ਵੱਡੀਆਂ ਬਿਮਾਰੀਆਂ ਜਿਹੜੀਆਂ ਨੇ ਕਿਹੜੀਆਂ ਲੱਗਦੀਆਂ ਨੇ ਜਾਨਵਰਾਂ ਨੂੰ? ਜਾਨਵਰ ਨੂੰ ਵੱਡੀਆਂ ਬਿਮਾਰੀਆਂ ਇਹ ਨੇ ਕਿ ਕਿਰਮ ਅੰਦਰ ਹੋ ਜਾਂਦੇ ਮੇਜ਼ੇ 'ਚ ਜੀ। ਦੂਸਰੇ ਜਿਹੜੇ ਜ਼ਿਕਰ ਦੇ, ਠੀਕ। ਉਹਨਾਂ ਦੀ ਦਵਾਈ ਦੇਣੀ ਚਾਹੀਦੀ 6 ਮਹੀਨਿਆਂ ਬਾਅਦ ਡੰਗਰ ਨੂੰ। ਅੱਛਾ, ਉਹ ਦਿੰਦਾ ਰਹੇ ਬੰਦਾ ਤੇ ਡੰਗਰ ਸਿਹਤਮੰਦ ਰਹੇਗਾ, ਸਹੀ। ਉਹ ਹਰ ਚੀਜ਼ ਕੋਲੋਂ ਬਚੇਗਾ, ਕਿਉਂਕਿ ਅੰਦਰ ਸਾਫ਼ ਹੋਏਗਾ। ਮੱਝ ਪੱਠੇ ਸੁੱਕੇ ਗਿੱਲੇ ਖਾ ਕੇ ਵੀ ਢਿੱਡ ਭਰੇਗੀ। ਸਹੀ ਹੋ ਗਿਆ। ਤੇ ਜਦੋਂ ਉਹਦੇ ਅੰਦਰ ਉਹ ਕਿਰਮ ਨਾਲ ਖੁਰਾਕ ਕਿਰਮ ਖਾ ਜਾਏਗਾ, ਮੱਝ ਲਿੱਸੀ ਹੁੰਦੀ ਜਾਏਗੀ। ਤੁਹਾਡੇ ਫਾਰਮ ਤੇ ਕਿਹੜੀ ਕੋਈ ਐਸੀ ਬਿਮਾਰੀ ਖੁਦਾ ਨਾ ਖਾਸਤਾ ਜਿਹੜੀ ਬਹੁਤੀ ਜਾਨਵਰਾਂ ਨੂੰ ਲੱਗੀ ਹੋਏ? ਜ਼ਿਆਦਾ ਇਹ ਹੀ ਹੁੰਦੀ ਹੈ ਕਿਰਮਾਂ ਦੀ ਦਵਾਈ ਤੇ ਠੀਕ ਹੈ। ਉਜਰੀ ਦੇ ਕੀੜੇ, ਸਹੀ। ਜ਼ਿਕਰ ਦੇ ਕੀੜੇ ਸਾਡੇ ਫਾਰਮ 'ਚ ਹੈ ਮਸਲ। ਤੇ ਜਦੋਂ ਜਾਨਵਰ ਕੋਈ ਤੁਹਾਡਾ ਖੁਦਾ ਨਾ ਖਾਸਤਾ ਬਿਮਾਰ ਹੋ ਜਾਂਦਾ ਹੈ, ਜੀ। ਲਿੱਸਾ ਹੋ ਜਾਂਦਾ ਜਾਂ ਖਲੋਈ ਜਾਂਦਾ ਹੈ, ਹਾਂਜੀ, ਫਿਰ ਕੀ ਕਰਦੇ ਹੋ? ਦੇਸੀ ਇਲਾਜ ਕਰਾਉਂਦੇ ਹੋ ਜਾਂ ਫਿਰ ਨਹੀਂ, ਡਾਕਟਰ ਅਸੀਂ ਕੋਲ? ਡਾਕਟਰ ਨੂੰ ਚੈੱਕ ਕਰਾਉਂਦੇ ਹਾਂ। ਜੇ ਮਤਲਬ ਸਿਆਲਕੋਟ ਜਿਹੜੀ ਸਾਡੀ ਹੈ ਨਾ ਮਤਲਬ ਡਾਕਟਰ ਜ਼ਿਲ੍ਹੇ ਦਾ, ਉਹਦੇ ਕੋਲ ਗੋਇਆ ਚੈੱਕ ਕਰਨੇ ਆ, ਉਹ ਕਰਵਾਉਣਾ। ਉਹਨੇ ਦੱਸਣਾ ਕਿ ਇਹਨੂੰ ਇਹ ਦਵਾਈ ਦੇਣੀ ਚਾਹੀਦੀ। ਤੇ ਗੋਏ ਦੇ ਟੈਸਟ ਦਾ ਕੀ ਹਿਸਾਬ ਕਿਤਾਬ ਹੈ? ਕੀ ਕਰਨਾ ਚਾਹੀਦਾ? ਗੋਇਆ ਹੱਥ ਲੈ ਕੇ ਜਾਂਦੇ ਉਹਨਾਂ ਉੱਥੇ ਨੂੰ ਗੋਇਆ ਮਾਸਾ ਕੁ ਲੈ ਕੇ ਜਾਈਦਾ, ਉਹ 10 ਰੁਪਏ ਦੀ ਪਰਚੀ ਲੈਂਦੇ ਨੇ, ਗੋਇਆ ਚੈੱਕ ਕਰ ਦਿੰਦੇ ਨੇ। ਤੇ ਦੱਸ ਛੱਡਦੇ ਨੇ ਕੀ ਮਸਲਾ ਹੈ? ਹਾਂ, ਉਹਨੂੰ ਦੱਸਣਾ ਕਿ ਇਹਨੂੰ ਜ਼ਿਕਰ ਦੇ ਕੀੜੇ ਨੇ, ਚਾਹੇ ਇਹਨੂੰ ਮਤਲਬ ਕਲੇਜੀਏ ਦੇ ਕੀੜੇ ਨੇ, ਉਹ ਇਹ ਦਵਾਈ ਦਿਓ, ਜਾ ਕੇ ਲਿਖ ਦੇਣੀ ਹੈ। ਜੇ ਕੋਲ ਹੋਏ ਤੇ ਕੋਲੋਂ ਦੇਣੀ, ਜੇ ਲਿਖ ਦੇਣੀ ਬਾਹਰੋਂ ਜਾ ਕੇ ਦੇਣੀ। ਅੱਛਾ ਚਾਚੂ ਗੁਲਾਮ ਰਸੂਲ ਸਾਹਿਬ, ਤੁਸੀਂ ਗੁਲਾਮ ਹੁਸੈਨ ਸਾਹਿਬ ਬੜੇ ਅਹਿਮ ਤੁਸੀਂ ਗੱਲਾਂ ਦੱਸੀਆਂ ਨੇ। ਕੋਈ ਐਸੀ ਗੱਲ ਜਿਹੜੀ ਮੈਂ ਨਹੀਂ ਪੁੱਛ ਸਕਿਆ ਔਰ ਤੁਸੀਂ ਦੱਸਣਾ ਚਾਹੋ ਕਿ ਬਈ ਅਗਰ ਕੋਈ ਭਰਾ ਡੰਗਰਾਂ ਦਾ ਕਾਰੋਬਾਰ ਕਰਦਾ ਹੈ ਹਾਂਜੀ, ਤੇ ਉਹ ਇਹ ਕੰਮ ਕਰੇ ਤਾਂ ਕਿ ਉਹਦਾ ਨੁਕਸਾਨ ਨਾ ਹੋਏ, ਜੀ। ਔਰ ਕਿਸ ਤਰ੍ਹਾਂ ਇਸ ਕੰਮ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਫਾਇਦਾ ਲਿਆ ਜਾ ਸਕਦਾ? ਭਾਜੀ ਉਹਦਾ ਫਾਇਦਾ ਹੋ ਸਕਦਾ ਨਗਦਾਂ ਦੀਆਂ ਮਈਆਂ ਲਵੇ। ਇੱਕ ਹੁਣ ਇੱਕ ਧਾਰ ਚੱਲ ਗਿਆ ਹਰ ਪਾਸੇ ਜੀ। ਧਾਰ ਮਹੀਂ ਲੈ ਤੇ ਫਿਰ ਉਹਦੇ 'ਚ ਨੁਕਸਾਨ ਹੋ ਜਾਂਦਾ ਹੈ। ਨਗਦਾਂ ਦੀ ਮਹੀਂ ਲੈ ਭਾਵੇਂ 4 ਹੀ ਲੈ ਕੇ ਪਿਆ ਕੰਮ ਕਰੇ ਤੇ ਰੋਟੀ ਪਈ ਲੱਭੇਗੀ। ਯਾਨੀ ਉਧਾਰ ਔਰ ਕਿਸ਼ਤਾਂ, ਹਾਂ, ਇਹ ਨੁਕਸਾਨ ਹੈ। ਇਹ ਨੁਕਸਾਨ ਹੈ। ਠੀਕ ਹੋ ਗਿਆ। ਇਸ ਵਾਸਤੇ ਨੁਕਸਾਨ ਹੈ ਕਿ ਮਹੀਂ ਮਹਿੰਗੀ ਮਿਲਦੀ ਹੈ, ਫਿਰ ਉਹਨੂੰ ਨਿਚੋੜ ਕੇ ਤੇ ਕਿਸ਼ਤਾਂ ਵੀ ਪੂਰੀਆਂ ਕਰਨੀਆਂ, ਦੁੱਧ ਦੇ ਕੇ ਮਹੀਂ ਦਾ ਢਿੱਡ ਵੀ ਨਿਚੋੜ ਲੈਣਾ, ਆਪਣਾ ਆਪ ਵੀ ਨਿਚੋੜ ਲੈਣਾ। ਬਿਲਕੁਲ ਉਹ ਨੁਕਸਾਨਦੇਹੀ ਹੋ ਜਾਂਦਾ ਬੰਦਾ। ਸਹੀ ਹੋ ਗਿਆ। ਯਾਨੀ ਥੋੜਾ ਕਰ ਲੇ ਲੇਕਿਨ ਆਪਣਾ ਕਰੇ ਨਾ। ਕਰੇ, ਬਿਲਕੁਲ ਆਪਣਾ ਕਰੇ। ਬਹੁਤ ਸ਼ੁਕਰੀਆ ਜੀ, ਤੁਸੀਂ ਬੜੀ ਅਹਿਮ ਔਰ ਬੜੀ ਮੁਫੀਦ ਗੱਲਬਾਤ ਸਾਨੂੰ ਦੱਸੀ ਹੈ। ਚਲੋ ਠੀਕ ਹੈ, ਮਿਹਰਬਾਨੀ।